ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਮੈਂ ਰਮਨੀਕ ਸਿੰਘ ਬਹੁਤ ਨਿੱਘਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਕੁਛ ਦਿਨ ਪਹਿਲਾਂ ਅਸੀਂ ਆਪ ਜੀ ਦੇ ਨਜ਼ਰ ਇੱਕ ਪ੍ਰੋਗਰਾਮ ਕੀਤਾ ਸੀਗਾ ਜਿਸ ਦਾ ਮੁੱਖ ਮੁੱਦਾ ਸੀਗਾ ਗੁਰੂ ਇਤਿਹਾਸ ਦੀ ਫਿਲਮੀ ਪੇਸ਼ਕਾਰੀ। ਇਸ ਪ੍ਰੋਗਰਾਮ ਦਾ ਆਪ ਜੀ ਵੱਲੋਂ ਸਾਨੂੰ ਪ੍ਰਤੀਕਰਮ ਮਿਲਿਆ। ਇਸ ਤੋਂ ਇੱਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਸਾਨੂੰ ਸੰਗਤ ਸੁਣ ਰਹੀ ਹੁੰਦੀ ਹੈ ਉਹ ਮਸਲੇ ਦੀ ਡੂੰਘਾਈ ਦੇ ਵਿੱਚ ਜਾਂਦੀ ਹੈ ਅਤੇ ਬਹੁਤ ਸੰਜੀਦਗੀ ਨਾਲ ਸਾਡੇ ਵਿਚਾਰ ਸੁਣਦੀ ਹੈ। ਜੋ ਪ੍ਰਤੀਕਰਮ ਸਾਨੂੰ ਮਿਲਿਆ ਉਸ 'ਚੋਂ ਇਹ ਵੀ ਜ਼ਾਹਿਰ ਹੋਇਆ ਕਿ ਇਸ ਮੁੱਦੇ 'ਤੇ ਗੱਲਬਾਤ ਹਾਲੇ ਜਾਰੀ ਰੱਖਣੀ ਚਾਹੀਦੀ ਹੈ ਅਤੇ ਕੁਛ ਹੋਰ ਮਸਲੇ ਨੇ ਜਿਹੜੇ ਘੋਖਣ ਦੀ ਲੋੜ ਹੈ। ਮੋਟੇ ਤੌਰ 'ਤੇ ਜੋ ਸਾਨੂੰ ਪ੍ਰਤੀਕਰਮ ਮਿਲਿਆ ਉਹ ਇਹ ਸੀਗਾ ਬਈ ਇੱਕ ਪਾਸੇ ਤਾਂ ਕੁਛ ਲੋਕਾਂ ਦਾ ਇਹ ਕਹਿਣਾ ਸੀਗਾ ਬਈ ਗੁਰੂ ਇਤਿਹਾਸ ਦੀ ਫਿਲਮੀ ਪੇਸ਼ਕਾਰੀ ਬਿਲਕੁਲ ਹੀ ਵਰਜਿਤ ਹੋ ਜਾਣੀ ਚਾਹੀਦੀ ਹੈ। ਉਹਨਾਂ ਦਾ ਇਹ ਮੰਨਣਾ ਹੈ ਜੇ ਅੱਜ ਤੋਂ 100 ਸਾਲ ਪਹਿਲਾਂ ਜੇ ਗੁਰੂ ਸਾਹਿਬਾਨ ਦੇ ਚਿੱਤਰ ਨਾ ਘੜੇ ਜਾਂਦੇ ਤਾਂ ਅੱਜ ਉਹ ਇੰਨੇ ਪ੍ਰਚਲਿਤ ਨਾ ਹੁੰਦੇ ਅਤੇ ਉਹ ਇੱਕ ਸਿੱਖੀ ਦੇ ਵਿੱਚ ਉਹ ਇੱਕ ਮਸਲਾ ਹੀ ਨਾ ਹੁੰਦਾ। ਦੂਸਰੇ ਪਾਸੇ ਇੱਕ ਬਹੁਤ ਵੱਡਾ ਵਰਗ ਹੈਗਾ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਇੱਦਾਂ ਦੀਆਂ ਫਿਲਮਾਂ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਜਿਹੜੇ ਪੰਜਾਬੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ ਬਹੁਤ ਸਹਾਈ ਹੁੰਦੀਆਂ ਨੇ ਜਿੱਥੋਂ ਤਾਈਂ ਸਿੱਖ ਜਿਹੜੇ ਨਾਇਕ ਨੇ ਉਹਨਾਂ ਬਾਰੇ ਜਾਣਕਾਰੀ ਹਾਸਿਲ ਕਰਨ 'ਚ। ਇਸ ਵਿਚਾਰ ਨੂੰ ਹੁਣ ਅੱਗੇ ਵਧਾਉਂਦੇ ਹੋਏ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੂੰ ਇਸ ਮੁੱਦੇ ਬਾਰੇ ਅਸੀਂ ਕੁਛ ਹੋਰ ਸਵਾਲ ਪਾਉਣੇ ਨੇ ਅਤੇ ਉਮੀਦ ਹੈ ਬਈ ਅਸੀਂ ਇਸ ਮਸਲੇ ਦੀ ਹੋਰ ਪਰਤਾਂ ਕੁਛ ਫਰੋਲ ਸਕਾਂਗੇ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੈਂ ਅਰਜ਼ ਕੀਤਾ, ਆਪਣਾ ਇੱਕ ਪਿਛਲਾ ਪ੍ਰੋਗਰਾਮ ਆਇਆ ਸੀਗਾ ਜਿਸ ਵਿੱਚ ਬਹੁਤ ਆਪ ਜੀ ਵੱਲੋਂ ਵਡਮੁੱਲੇ ਵਿਚਾਰ ਦਿੱਤੇ ਗਏ ਵੀ ਜਿਹੜੀ ਗੁਰੂ ਇਤਿਹਾਸ ਅਤੇ ਫਿਲਮਾਂ ਬਣਦੀਆਂ ਨੇ ਉਹਨਾਂ ਬਾਰੇ ਆਪ ਜੀ ਨੇ ਆਪਣੇ ਖਦਸ਼ੇ ਜ਼ਾਹਿਰ ਕੀਤੇ ਸੀਗੇ। ਸੋ ਪਹਿਲਾਂ ਤਾਂ ਮੁੱਖ ਤੌਰ 'ਤੇ ਆਪ ਜੀ ਨੂੰ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਇਹ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਵਿੱਚ ਸਹਾਈ ਹੁੰਦੀਆਂ ਨੇ ਅਤੇ ਦੂਸਰੇ ਪਾਸੇ ਇਹ ਹੈਗਾ ਬਈ ਬਹੁਤ ਵੱਡਾ ਇੱਕ ਵਰਗ ਹੈਗਾ ਜਿਨ੍ਹਾਂ ਦਾ ਇਹ ਮੰਨਣਾ ਹੈ ਬਈ ਇਹ ਬਿਲਕੁਲ ਵਰਜਿਤ ਇੱਕ ਥਾਂ ਹੈਗੀ ਹੈ ਅਤੇ ਉੱਥੇ ਫਿਲਮਾਂ ਦੀ ਕੋਈ ਥਾਂ ਹੈ ਨਹੀਂ ਗੀ। ਸੋ ਸਵਾਲ ਆਪ ਜੀ ਨੂੰ ਸਾਰਿਆਂ ਨਾਲੋਂ ਪਹਿਲਾਂ ਇਹ ਹੈ ਵੀ ਜਿਹੜੇ ਇਸ ਤਰ੍ਹਾਂ ਦੀਆਂ ਗੁਰੂ ਇਤਿਹਾਸ 'ਤੇ ਫਿਲਮਾਂ ਬਣਾਉਂਦੇ ਨੇ ਉਹਨਾਂ ਦੀਆਂ ਕੀ ਸੀਮਤਾਵਾਂ ਨੇ ਅਤੇ ਦੂਸਰਾ ਜਿਹੜੇ ਦਰਸ਼ਕ ਨੇ ਜਿਹੜੇ ਉਹ ਫਿਲਮਾਂ ਦੇਖਣ ਜਾਂਦੇ ਨੇ ਉਹਨਾਂ ਨੂੰ ਕਿਹੜੀ ਚੀਜ਼ਾਂ ਤੋਂ ਸਤਰਕ ਰਹਿਣਾ ਚਾਹੀਦਾ ਜਾਂ ਕਿਸ ਪੱਖੋਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ? ਦੇਖੋ, ਮੈਨੂੰ ਵੀ ਨਾ ਪਿਛਲੇ ਦਿਨੀ ਇੱਕ ਫੋਨ ਆਇਆ ਸੀਗਾ ਨਿਊਯਾਰਕ ਤੋਂ ਕਿਸੇ ਬੜੇ ਸੁਹਿਰਦ ਅਤੇ ਸੁਲਝੇ ਹੋਏ ਸਿੱਖ ਦਾ ਸੀ। ਉਹਨਾਂ ਨੇ ਇਸ ਮਸਲੇ 'ਤੇ ਮੇਰੇ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀ। ਉਹਨਾਂ ਦੀ ਗੱਲਬਾਤ ਬੜੀ ਉਹਨਾਂ ਨੇ ਨਾ ਇੱਕ ਸੁਹਿਰਦ ਭਾਵਨਾ ਨਾਲ ਕੀਤੀ ਅਤੇ ਆਪਣਾ ਇੱਕ ਪੱਖ ਰੱਖਿਆ ਬੜੇ ਠੀਕ ਢੰਗ ਨਾਲ ਕਿ ਸਾਡੇ 'ਤੇ ਕਿਸ ਕਿਸਮ ਦੇ ਪ੍ਰੈਸ਼ਰ ਨੂੰ ਲੋੜਾਂ ਹਨ ਸਾਡੀਆਂ ਬਾਹਰ ਬੈਠੇ ਸਿੱਖਾਂ ਦੀਆਂ ਕਿ ਅਸੀਂ ਆਪਦੇ ਬੱਚਿਆਂ ਨੂੰ ਸਿੱਖੀ ਨਾਲ ਅਤੇ ਗੁਰਮੁਖੀ ਨਾਲ ਕਿਵੇਂ ਜੋੜੀਏ। ਉਹਦੇ 'ਚ ਉਹ ਲਗਾਤਾਰ ਯਤਨਸ਼ੀਲ ਹੋ ਰਹੇ ਨੇ। ਉਹਦੇ 'ਚੋਂ ਇਹ ਇੱਕ ਮੁੱਦਾ ਆਇਆ ਸੀ ਵੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੱਛਮ ਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਕਾਰਟੂਨਾਂ ਵੱਲ ਨੂੰ ਅਟਰੈਕਸ਼ਨ ਬੱਚਿਆਂ ਦੀ ਇਕੱਲੀ ਹੁਣ ਪੱਛਮ 'ਚ ਨਹੀਂ, ਹੁਣ ਤਾਂ ਕੋਈ ਬਾਊਂਡਰੀ ਤਾਂ ਰਹੀ ਨਹੀਂ ਗਈ ਹੈ ਨਾ, ਉਹ ਸਾਰੇ ਹੀ ਆ ਗਿਆ। ਇੱਥੋਂ ਦੇ ਬੱਚੇ ਵੀ ਕਾਰਟੂਨਾਂ 'ਤੇ ਭਾਵੇਂ ਫੋਨ 'ਤੇ ਭਾਵੇਂ ਉਹ TV 'ਤੇ ਅਤੇ ਉਹ ਕਾਰਟੂਨ ਉਹਨਾਂ ਨੂੰ ਬਹੁਤ ਅਟਰੈਕਟ ਕਰਦੇ ਆ।
ਤੇ ਇਸ ਕਰਕੇ ਵੀ ਅਸੀਂ ਨਾ ਇਹ ਤੋਂ ਬਚ ਨਹੀਂ ਸਕਦੇ, ਸਾਨੂੰ ਇਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਤੇ ਨਹੀਂ ਫਿਰ ਉਹਨਾਂ ਬੱਚਿਆਂ ਨੂੰ ਅਸੀਂ ਸਿੱਖੀ ਨਾਲ ਜੋੜ ਨਹੀਂ ਸਕਾਂਗੇ, ਉਹਨਾਂ ਨੂੰ ਦੱਸ ਨਹੀਂ ਸਕਾਂਗੇ ਵੀ ਸਾਡਾ ਇਤਿਹਾਸ ਕੀ ਹੈ। ਤੇ ਚਲੋ ਉਹਨੇ ਕਾਫੀ ਆਰਗੂ ਕੀਤਾ ਬੜਾ ਠੀਕ ਢੰਗ ਨਾਲ। ਫਿਰ ਮੈਨੂੰ ਵੀ ਲੋੜ ਲੱਗੀ ਸੀ ਇਹ ਕਿ ਇਹ ਜਿਹੜੇ ਮਸਲੇ ਹੁੰਦੇ ਨੇ ਨਾ, ਇੰਨੇ ਲੰਮੇ ਚਿਰ ਦੀਆਂ ਇਤਿਹਾਸ 'ਚ ਕੁਛ ਗੁੰਝਲਾਂ ਪੱਕੀਆਂ ਪੈ ਜਾਂਦੀਆਂ, ਉਹਨਾਂ ਨੂੰ ਖੋਲ੍ਹਣ ਵਾਸਤੇ ਇੱਕ ਟਾਕ, ਇੱਕ ਵਾਰ ਕੀਤੀ ਗੱਲਬਾਤ ਕਾਫੀ ਨਹੀਂ। ਉਂਝ ਤਾਂ ਇੱਕ ਵਿਅਕਤੀ ਵੱਲੋਂ ਕੀਤੀ ਵੀ ਕਾਫੀ ਨਹੀਂ, ਬਹੁਤ ਸਾਰੇ ਵਿਅਕਤੀਆਂ ਨੂੰ ਇਸ ਖੇਤਰ ਦੇ ਵਿੱਚ ਆ ਕੇ ਇਸ ਮਸਲੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਤੇ ਦੂਜੀ ਗੱਲ ਇਹ ਤਾਂ ਬਾਰ-ਬਾਰ ਕਰਨ ਦੀ ਲੋੜ ਹੈ। ਮਨ ਦੇ ਵਿੱਚ ਪੱਕੀਆਂ ਬਸ ਚੁੱਕੀਆਂ ਧਾਰਨਾਵਾਂ ਨੂੰ ਕੱਢਣ ਵਾਸਤੇ ਨਾ, ਪਰ ਬੜੇ ਸਬਰ ਤੇ ਠਰੰਮੇ ਨਾਲ, ਅਗਲੇ ਦੇ ਪੱਖ ਨੂੰ ਸਮਝ ਕੇ, ਜਾਣ ਕੇ, ਤੇ ਇਹ ਸੋਚ ਕੇ ਕਿ ਬੜੀ ਉਸ ਹਿਰਦਤਾ 'ਚੋਂ ਇਸ ਤਰ੍ਹਾਂ ਸੋਚ ਰਹੇ ਨੇ। ਉਹਦੇ 'ਚੋਂ ਦੇਖੋ ਮੈਨੂੰ ਜਿਹੜੀ ਮੇਨ ਗੱਲ ਲੱਗੀ ਉਹ ਇਹ ਲੱਗੀ ਕਿ ਅੱਜ ਦੇ ਯੁੱਗ ਵਿੱਚ ਜਿਹੜੇ ਇਹ ਨਵੀਨ ਤਕਨੀਕਾਂ ਪ੍ਰਚਾਰ ਦੀਆਂ, ਜਿਹੜੀਆਂ ਸੌਖੀਆਂ ਤੇ ਅਸਰਦਾਰ ਨੇ ਬੱਚਿਆਂ ਨੂੰ ਗੱਲ ਸਮਝਾਉਣ ਵਾਸਤੇ, ਉਹ ਸਾਨੂੰ ਵਰਤ ਲੈਣੀਆਂ ਚਾਹੀਦੀਆਂ। ਤੇ ਜੇ ਅਸੀਂ ਨਹੀਂ ਵਰਤਾਂਗੇ ਅਸੀਂ ਦੂਜਿਆਂ ਨਾਲੋਂ ਪਛੜ ਜਾਵਾਂਗੇ। ਇਹਦੇ ਬਾਰੇ ਖੈਰ ਆਪਾਂ ਪਿਛਲੀ ਟਾਕ 'ਚ ਵੀ ਗੱਲ ਕੀਤੀ ਸੀ, ਜਿਹੜੀ ਪਛੜ ਜਾਣ ਵਾਲੀ ਗੱਲ ਹੈ। ਤੇ ਉਹ ਮੇਨਲੀ ਉਹ ਕਰਦੇ ਤਾਂ ਮਤਲਬ ਪੱਛਮ ਦੇ ਕੰਟੈਕਸਟ 'ਚ ਹੀ ਹੈ। ਦੇਖੋ ਉੱਥੇ ਵੀ ਆਪਾਂ ਇਹ ਗੱਲ ਕੀਤੀ ਸੀ, ਪਰ ਕੁਛ ਗੱਲਾਂ ਇੱਥੇ ਦੁਹਰਾਉਣੀਆਂ ਫਿਰ ਪੈਣਗੀਆਂ ਬਹੁਤ ਸੰਖੇਪ ਦੇ ਵਿੱਚ। ਆਪਣੀ ਜਿਹੜੀ ਗੱਲਬਾਤ ਦਾ ਸੀਗਾ, ਜਾਂ ਜੋ ਸਿੱਖਾਂ ਦਾ ਇੱਕ ਪੱਖ ਹੈ, ਜਾਂ ਹਰ ਸੱਭਿਆਚਾਰਕ ਪਰੰਪਰਾ ਦਾ ਇੱਕ ਪੱਖ ਹੈ, ਉਹ ਇਹ ਹੈ ਕਿ ਹਰ ਸੱਭਿਆਚਾਰਕ ਪਰੰਪਰਾ ਦੀ ਆਪਦੀ ਇੱਕ ਵਿਸ਼ੇਸ਼ਤਾ ਹੈ। ਤੇ ਉਹ ਵਿਸ਼ੇਸ਼ਤਾ ਤੁਹਾਨੂੰ ਨਾ ਕੁਛ ਹੱਦਾਂ ਮਿਥ ਦਿੰਦੀ ਹੈ ਵੀ ਜੇ ਤੁਸੀਂ ਉਹ ਹੱਦਾਂ ਕ੍ਰਾਸ ਕਰੋਗੇ ਉਹ ਵਿਸ਼ੇਸ਼ਤਾ ਖਤਮ ਹੋ ਜੂ, ਦੂਸਰਿਆਂ ਨਾਲ ਰਲ ਗੱਡ ਹੋ ਜੂ, ਉਹ ਤੁਹਾਡੀ ਵਿਸ਼ੇਸ਼ਤਾ ਰਹਿਣੀ ਨਹੀਂ। ਇਹ ਹਰ ਪਰੰਪਰਾ ਨੂੰ ਕਰਨਾ ਪੈਂਦਾ। ਸੋ ਜਿਹੜੀ ਇਹ ਹੈ ਕਿ ਆਪਦੇ ਇਤਿਹਾਸ ਦੇ ਨੇਕਾਂ ਦੀ, ਭਾਵੇਂ ਉਹ ਗੁਰੂ ਨੇ, ਭਾਵੇਂ ਪੈਗੰਬਰ ਨੇ, ਭਾਵੇਂ ਉਹ ਵੱਡੇ ਸੂਰਮੇ ਹੈ, ਉਹਨਾਂ ਦੀ ਜਿਹੜੀ ਨਾਟਕੀ ਪੇਸ਼ਕਾਰੀ ਹੈ, ਇਹਦੇ 'ਚ ਮੈਂ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ, ਦੋਵੇਂ ਕਿਸਮ ਦੀਆਂ ਉਦਾਹਰਨਾਂ ਮਿਲਦੀਆਂ ਨੇ। ਈਸਾਈਆਂ 'ਚ ਤੇ ਹਿੰਦੂਆਂ 'ਚ ਬੜੀ ਪੁਰਾਤਨ ਸਮਿਆਂ ਤੋਂ ਉਹਨਾਂ ਦੇ ਇਹ ਜਿਹੜੀ ਨਾਟਕੀ ਪੇਸ਼ਕਾਰੀ ਹੈ ਉਹ ਪ੍ਰਵਾਨਿਤ ਹੈ। ਉਹਨਾਂ ਨੂੰ ਕੋਈ ਇਸ ਗੱਲ ਦੇ ਵਿੱਚ ਪ੍ਰੋਬਲਮ ਨਹੀਂ। ਆਪਾਂ ਰਾਮਲੀਲਾ ਹੈ ਨਾ, ਰਮਾਇਣ ਜਾਂ ਹੋਰ ਨਾਟਕੀ ਝਾਕੀਆਂ ਜਿਹੜੀਆਂ ਹੈਗੀਆਂ, ਉਹ ਉਹਨਾਂ ਦੇ ਤਾਂ ਬਹੁਤ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ। ਤੇ ਇਸੇ ਤਰ੍ਹਾਂ ਹੀ ਪੱਛਮ ਦੇ ਵੀ ਹੈ, ਤੇ ਕੁਛ ਕਬੀਲਿਆਂ ਦੇ ਵਿੱਚ ਵੀ ਹੈ। ਪਰ ਇੱਕ ਤਾਂ ਕਦੇ ਵੀ ਇਹ ਦਲੀਲ ਨਹੀਂ ਹੁੰਦੀ ਕਿਉਂਕਿ ਦੂਜੇ ਕਰ ਰਹੇ ਨੇ ਇਸ ਕਰਕੇ ਅਸੀਂ ਵੀ ਕਰ ਲਈਏ। ਫਿਰ ਤਾਂ ਸਾਡੇ ਸਰੂਪ ਬਾਰੇ ਵੀ ਸਵਾਲ ਖੜਾ ਹੋ ਜਾਊਗਾ ਨਾ, ਵੀ ਜੇ ਦੂਸਰੇ ਸਰੂਪ ਤੋਂ ਮੁਕਤ ਹਨ ਅਸੀਂ ਇਹ ਕਿਉਂ ਐਵੇਂ ਕਰੀਏ। ਠੀਕ ਹੈ, ਪਰ ਇਹ ਨਹੀਂ ਕੋਈ ਆਰਗੂਮੈਂਟ ਚਾਹੀਦਾ ਕਿਉਂਕਿ ਦੂਸਰੇ ਕਰ ਰਹੇ ਹਨ। ਤੁਸੀਂ ਉਹਦੀ ਕੋਈ ਮੈਰਿਟ ਦੱਸੋ। ਮੈਰਿਟ ਇੱਕੋ ਹੀ ਆ ਉਹਨਾਂ ਦੀ, ਜਿਹੜਾ ਉਹ ਆਰਗੂਮੈਂਟ ਦਿੰਦੇ ਹਨ ਕਿ ਇਹ ਸੌਖਾ ਤੇ ਅਸਰਦਾਰ ਢੰਗ ਹੈ ਬੱਚਿਆਂ ਨੂੰ ਗੱਲ ਸਮਝਾਉਣ ਦਾ। ਇਸ ਗੱਲ 'ਚ ਕੋਈ ਸ਼ੱਕ ਨਹੀਂ। ਕਾਰਟੂਨ ਜਾਂ ਐਨੀਮੇਟਡ ਫਿਲਮਾਂ ਵਾਕਈ ਇਹ ਬੱਚਿਆਂ ਨੂੰ ਬਹੁਤ ਛੇਤੀ ਉਹਨਾਂ ਨੂੰ ਜੋੜ ਲੈਂਦੀਆਂ ਆਪਦੇ ਨਾਲ, ਭਰਮਾਉਂਦੀਆਂ। ਪਰ ਇਹ ਹੈ ਵੀ ਕਿ ਇਹ ਵੀ ਕੋਈ ਦਲੀਲ ਨਹੀਂ ਹੁੰਦੀ ਕਿਉਂਕਿ ਇਹ ਸੌਖਾ ਤੇ ਅਸਰਦਾਰ ਹੈ।
ਸੋ ਅਸੀਂ ਉਹਦੀ ਫਿਰ ਮੈਰਿਟ ਤੇ ਡੀਮੈਰਿਟ, ਗੁਣ ਤੇ ਦੋਸ਼ ਦੇਖਣਾ। ਪਿਛਲੀ ਆਪਣੀ ਗੱਲਬਾਤ ਦੇ ਵਿੱਚ ਆਪਾਂ ਇਸ ਦੇ ਬਹੁਤਾ ਵਿਸਥਾਰ 'ਚ ਨਹੀਂ ਸੀ ਗਏ, ਇਸ ਕਰਕੇ ਕਿ ਪਹਿਲਾਂ ਦੋ ਗੱਲ ਇਹ ਤੇ ਹੋ ਚੁੱਕੇ ਸੀ, ਇੱਕ ਚਾਰ ਸਾਹਿਬਜ਼ਾਦੇ, ਇੱਕ ਨਾਨਕ ਸ਼ਾਹ ਫਕੀਰ। ਆਪਾਂ ਉਹਦੇ ਲਿੰਕ ਦੇਤੇ ਸੀ, ਜਿੱਥੇ ਇਹ ਦਲੀਲ ਆਪਣਾ ਵਿਸਤਾਰ 'ਚ ਦਲੀਲ ਦਿੱਤੀ ਸੀ ਵੀ ਸਾਡੇ ਕਿਉਂ ਵਰਜਤ ਹੈ। ਚਲੋ ਅੱਜ ਫਿਰ ਆਪਾਂ ਇੱਥੇ ਉਹਨੂੰ ਮੁੜ ਕੇ ਦੁਹਰਾਉਂਦੇ ਹਾਂ ਗੱਲ ਨੂੰ। ਉਹਦੇ 'ਚ ਗੱਲ ਇਹ ਹੈ ਕਿ ਜਿਹੜੀ ਨਾਟਕੀ ਪੇਸ਼ਕਾਰੀ ਹੈ ਨਾ, ਇਹ ਨਕਲ ਹੈ। ਨਕਲੀ ਕਰਦਾ ਨਾ ਕੋਈ ਬੰਦਾ, ਭਾਵੇਂ ਉਹ ਐਨੀਮੇਟਡ ਹੈ ਤੇ ਭਾਵੇਂ ਉਹ ਬੰਦਾ ਪਾਤਰ ਹੈ ਕੋਈ ਅਸਲੀ ਹੈ, ਤਾਂ ਉਹਨੂੰ ਤੁਸੀਂ ਉਹਦੀ ਇਮੀਟੇਟ ਕਰ ਰਹੇ ਹੋ। ਸਾਡੇ ਆਪਣੀ ਦਲੀਲ ਇਹ ਹੈ ਕਿ ਕੀ ਇਹ ਸਾਡੇ ਗੁਰੂਆਂ ਦੀ ਤੇ ਗੁਰੂ ਪਰਿਵਾਰਾਂ ਦੀ ਨਕਲ ਕੀਤੀ ਜਾ ਸਕਦੀ ਹੈ? ਨੈਕਾਂ ਬਾਰੇ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ। ਚਲੋ ਪਹਿਲਾਂ ਆਪਣੀ, ਕਿਉਂਕਿ ਜੋ ਦਲੀਲ ਉੱਥੇ ਆਊਗੀ ਉਹੀ ਦਲੀਲ ਸਾਡੇ ਨੈਕਾਂ 'ਤੇ ਵੀ ਲਾਗੂ ਹੋਊਗੀ। ਅਗਲਾ ਕਹਿੰਦਾ ਹਰਜ ਕੀ ਹੈ? ਬਾਕੀ ਜਦੋਂ ਕਰੀ ਜਾਂਦੇ ਨੇ ਉਹਨਾਂ ਨੂੰ ਉਹਦਾ ਕਿੰਨਾ ਫਾਇਦਾ ਹੋ ਰਿਹਾ ਹੈ, ਕਿੰਨੇ ਲੋਕ ਉਹਨਾਂ ਨਾਲ ਜੁੜ ਰਹੇ ਨੇ, ਉਹਨਾਂ ਦੇ ਬੱਚੇ ਤੇ ਹੋਰ ਉਹਨਾਂ ਦੇ ਸੈਕਸ਼ਨ। ਉਹ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਇਹ ਤਾਂ ਕੋਈ ਦਲੀਲ ਨਹੀਂ ਹੁੰਦੀ। ਹੋਰ ਵੀ ਸਾਡਾ ਫਿਰ ਬੜਾ ਕੁਛ ਔਖਾ ਹੈ, ਸਰੂਪ ਵੀ ਔਖਾ ਰੱਖਣਾ ਅੱਜ ਦੇ ਯੁੱਗ 'ਚ। ਤੇ ਜੇ ਇਹਨੂੰ ਵੀ ਆਪਾਂ ਸੌਖਾ ਕਰ ਦਈਏ, ਜਿਵੇਂ ਨਿਰੰਕਾਰੀਆਂ ਦੀ ਵੱਧ ਫਾਲੋਇੰਗ ਦਾ ਇੱਕ ਕਾਰਨ ਇਹ ਸੀ, ਉਹਨਾਂ ਨੇ ਨਾ ਕਾਫੀ ਬੰਦਸ਼ਾਂ ਚੁੱਕਤੀਆਂ। ਸ਼ਰਾਬ ਪੀਣ ਦੀ ਵੀ ਮਨਾਹੀ ਕੋਈ ਨਹੀਂ, ਹੈ ਨਾ, ਹੋਰ ਵੀ ਬੜੀਆਂ, ਅੰਮ੍ਰਿਤ ਛਕਣਾ ਕੋਈ ਜ਼ਰੂਰੀ ਨਹੀਂ। ਤੇ ਇਸ ਕਰਕੇ ਫਿਰ ਉਹ ਬੰਦਾ ਕਹਿੰਦਾ ਯਾਰ ਨਾਲੇ ਤਾਂ ਉਹ ਕੁਛ ਕਰੀ ਵੀ ਚੱਲੋ, ਮੌਜ ਮੇਲਾ ਵੀ ਜ਼ਿੰਦਗੀ 'ਚ, ਤੇ ਨਾਲੇ ਉਹ ਧਰਮ ਨਾਲ ਵੀ ਜੁੜ ਜਾਓ। ਸੋ ਇਹ ਇੱਕ ਕੁਆਲਿਟੀ ਤੇ ਕੰਪਰੋਮਾਈਜ਼ ਹੋ ਜਾਂਦਾ ਫਿਰ ਇੱਕ ਸਟੇਜ 'ਤੇ ਜਾ ਕੇ। ਹੁਣ ਉਹਦੇ 'ਚ ਆਪਣਾ ਜਿਹੜਾ ਹੈਗਾ ਵੱਡੀ ਦਲੀਲ, ਆਪਾਂ ਫਿਰ ਅੱਜ ਇਹ ਗੱਲ ਕਰਦੇ ਹਾਂ, ਜਦੋਂ ਤੁਸੀਂ ਨਕਲ ਕਰੋਗੇ, ਨਾਟਕੀ ਪੇਸ਼ਕਾਰੀ ਕਰੋਗੇ, ਉਹਦੇ 'ਚ ਰਿਡਕਸ਼ਨ ਤੇ ਡਿਸਟੋਰਸ਼ਨ ਇਨਐਵਿਟੇਬਲ ਹੈ। ਰਿਡਕਸ਼ਨ ਇਹ ਕਿ ਤੁਸੀਂ ਇਨ ਬਿਨ ਉਵੇਂ ਨਹੀਂ ਪੇਸ਼ ਕਰ ਸਕਦੇ, ਕਿਉਂਕਿ ਤੁਸੀਂ ਉਹ ਨਹੀਂ, ਤੁਸੀਂ ਨਕਲ ਹੋ, ਉਹ ਆਪ ਮੌਜੂਦ ਨਹੀਂ ਜਿਹਦੀ ਤੁਸੀਂ ਨਕਲ ਕਰ ਰਹੇ ਹੋ। ਇਸ ਕਰਕੇ ਇਹ ਤਾਂ ਪੋਸੀਬਲ ਹੀ ਨਹੀਂ ਹੁੰਦਾ। ਨਕਲ 'ਚ ਹਮੇਸ਼ਾ ਹੀ ਇਹ ਹੋਊ ਰਿਡਕਸ਼ਨ ਤੇ ਡਿਸਟੋਰਸ਼ਨ। ਉਹਨੂੰ ਇਨ ਬਿਨ ਪੇਸ਼ ਕਰਨ ਦੀ ਬਜਾਏ ਤੁਸੀਂ ਆਪਦੇ ਜੇ ਤਰੀਕੇ ਨਾਲ ਪੇਸ਼ ਕਰੋਗੇ, ਜਿਹਦੇ 'ਚ ਬਹੁਤ ਸਾਰੀਆਂ ਊਣਤਾਈਆਂ ਤੇ ਘਾਟਾਂ ਹੋਣਗੀਆਂ, ਇਹ ਹੋ ਰਿਡਕਸ਼ਨ। ਦੂਜੀ ਗੱਲ, ਵਿਗਾੜ ਕੇ ਵੀ ਪੇਸ਼ ਕਰੋਗੇ। ਰਿਡਕਸ਼ਨ ਮੀਨਸ ਉਹਦਾ ਬੜਾ ਵਿਗੜਿਆ ਜਿਹਾ ਰੂਪ ਤੁਹਾਡੇ ਸਾਹਮਣੇ ਆਊ। ਇਹ ਮੇਰੇ ਖਿਆਲ ਗੱਲ ਸਮਝਣੀ ਕੋਈ ਇੰਨੀ ਔਖੀ ਨਹੀਂ। ਆਪਾਂ ਕਰੰਟ ਹਿਸਟਰੀ ਨਾਲ ਜੋੜ ਕੇ ਦੇਖ ਲੈਂਦੇ ਹਾਂ। ਸਾਡੇ ਪਿਛਲੇ ਪੀੜ੍ਹੀ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੱਡੇ ਨਾਇਕ ਹੋਏ ਨਾ ਕੌਮ ਦੇ, ਗੁਰੂ ਕਾਲ ਤੋਂ ਬਾਅਦ। ਹੁਣ ਉਹਨਾਂ ਦੇ ਉਹ ਤਾਂ ਦੇਖੇ ਆ ਬੰਦੇ, ਉਹਦੇ ਨਾਲ, ਉਹਨਾਂ ਦੇ ਨਾਲ ਰਹੇ ਨੇ। ਜਿਹੜੇ ਗੁਰੂਆਂ ਨਾਲ ਰਹੇ ਉਹ ਤਾਂ ਹੁਣ ਕੋਈ ਵੀ ਨਹੀਂ। ਉਹ ਤਾਂ ਕਈ ਪੁਸ਼ਤਾਂ ਪੁਰਾਣੀ ਗੱਲ ਹੋ ਗਈ ਨਾ, ਉੱਥੇ ਤਾਂ ਚੱਲੋ ਗੱਲ ਔਖੀ ਹੈ। ਇਹ ਤਾਂ ਜਿਹੜੇ ਉਹਨਾਂ ਦੇ ਨਾਲ ਲੰਮਾ ਸਮਾਂ ਰਹੇ, ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਲਓ ਜੋ ਸੰਤਾਂ ਬਾਰੇ ਉਹ ਬੋਲਦੇ ਨੇ, ਕਿੰਨੇ ਫਰਕ ਹੁੰਦੇ ਨੇ ਇੱਕ ਦੂਜੇ ਨਾਲ। ਵੀ ਕੀ ਉਹ ਸੰਤ ਜਰਨੈਲ ਸਿੰਘ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹੁੰਦੇ ਆ? ਇਹਦੀ ਸੌਖੀ ਜਿਹੀ ਉਦਾਹਰਨ ਆਪਾਂ ਜਿਹੜੀ ਉਹ ਚਾਰ ਅੰਨ੍ਹਿਆਂ ਨੇ ਹਾਥੀ ਬਾਰੇ, ਵੀ ਕਿਹੋ ਜਿਹਾ ਹੁੰਦਾ ਉਹ ਜਿਹੜੇ ਅੰਗ ਨੂੰ ਹੱਥ ਲੱਗ ਗਿਆ ਉਹਨਾਂ ਨੂੰ, ਅੰਨ੍ਹਿਆਂ ਨੂੰ ਤਾਂ ਇਹੀ ਲੱਗਿਆ ਹਾਥੀ ਇਹੋ ਜਿਹਾ ਹੀ ਹੁੰਦਾ।
ਇਹ ਸੇਮ ਗੱਲ ਹੀ ਹੈ। ਇੱਥੇ ਅੰਨੇ ਤੋਂ ਭਾਵ ਹਰ ਬੁੱਧੀ ਦੀ ਦ੍ਰਿਸ਼ਟੀ ਦੀ ਇੱਕ ਸੀਮਾ, ਉਹਨੂੰ ਕਿਵੇਂ ਲੱਗਿਆ। ਸੋ ਸੰਤਾਂ ਬਾਰੇ ਤੁਸੀਂ ਦੇਖੋ, ਮਤਲਬ ਹੈਰਾਨੀ ਹੁੰਦੀ ਹੈ, ਜਿਹੜੇ ਨਾਲ ਰਹੇ ਬੰਦੇ ਵੀ ਉਹਨਾਂ ਨੂੰ ਨਹੀਂ ਸਮਝ ਸਕੇ, ਉਹਨਾਂ ਦੀ ਗਹਿਰਾਈ ਤੇ ਉਹਨਾਂ ਦੀ ਮਹਾਨਤਾ ਤੇ ਵਿਲੱਖਣਤਾ ਕੀ ਸੀ ਸੰਤਾਂ 'ਚ ਹੈ। ਜੇ ਉਹਨਾਂ ਨੂੰ ਨਹੀਂ ਪਤਾ ਤਾਂ ਫਿਰ ਉਹਨਾਂ 'ਚੋਂ ਇੰਸਪੀਰੇਸ਼ਨ ਹੀ ਨਹੀਂ ਉਹੋ ਜਿਹੇ ਬਣਦੀ, ਤਾਂ ਕਿਤੇ ਗੱਲ ਹੀ ਨਹੀਂ। ਇਹ ਇੰਨੀ ਸਪਸ਼ਟ ਆਪਾਂ ਨੂੰ ਦਿਸੀ ਜਾਂਦੀ ਹੈ ਅੱਜ। ਇਦੋਂ ਵੀ ਆਪਾਂ ਸੌਖੀ ਗੱਲ ਆ ਹੁਣੀ ਸਮਝਣੀ ਹੋਵੇ, ਦੀਪ ਸਿੱਧੂ ਦੀ ਲੈ ਲੈਂਦੇ ਆ। ਉਹ ਤਾਂ ਸਭ ਦੀਆਂ ਅੱਖਾਂ ਦੇ ਸਾਹਮਣੇ ਹੁਣੇ ਵਾਪਰਿਆ। ਦੀਪ ਸਿੱਧੂ ਦੀ ਸੋਚ, ਹਰ ਕਹਿੰਦਾ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਹੁਣ ਤਾਂ ਹੈਰਾਨੀ ਹੁੰਦੀ ਹੈ, ਜਿਹੜੇ ਬੰਦਿਆਂ ਦਾ ਕੁਛ ਵੀ ਨਹੀਂ ਰਲਦਾ ਦੀਪ ਸਿੱਧੂ ਨਾਲ, ਉਹ ਵੀ ਮਤਲਬ ਉਹਨਾਂ ਨੂੰ ਲੱਗੀ ਜਾਂਦਾ ਵੀ ਅਸੀਂ ਯਾਰ ਉਹਦੀ ਸੋਚ ਤੇ ਪਹਿਰਾ ਦੇ ਰਹੇ ਹਾਂ। ਜਿਹਦਾ ਮਤਲਬ ਉਹਦੀ ਸੋਚ ਕੀ ਸੀ, ਉਹਦਾ ਹਰ ਇੱਕ ਦੇ ਮਨ 'ਚ ਪਰਸੈਪਸ਼ਨ, ਉਹ ਧਾਰਨਾ ਅਲੱਗ-ਅਲੱਗ ਹੈ ਵੀ ਦੀਪ ਸਿੱਧੂ ਤਾਂ ਸੀ। ਸੋ ਜਿੰਨੇ ਬੰਦੇ ਨੂੰ ਉਨੇ ਹੀ ਉਹ ਦੀਪ ਸਿੱਧੂ ਨੂੰ, ਹਰ ਇੱਕ ਦੀ ਨਜ਼ਰ 'ਚ ਅਲੱਗ-ਅਲੱਗ ਹੈ ਉਹ। ਤੇ ਇਹ ਤਾਂ ਹੁਣ ਬਿਲਕੁਲ ਅੱਖਾਂ ਦੇ ਸਾਹਮਣੇ ਵਾਪਰੀ ਗੱਲ ਹੈ ਨਾ ਅੱਜ ਦੀ, ਹੁਣ ਮੌਜੂਦਾ ਸਮੇਂ 'ਚ ਹੀ। ਤੇ ਨਾਲੇ ਦੀਪ ਸਿੱਧੂ ਤਾਂ ਬੜਾ ਵਿੱਚ ਵਿਚਰਿਆ ਲੋਕਾਂ ਦੇ, ਕੋਈ ਉਸ ਤਰ੍ਹਾਂ ਦਾ ਸੰਤ ਮਹਾਂਪੁਰਸ਼ ਵੀ ਐਂ ਲੱਗੇ ਵੀ ਯਾਰ ਉਹਦੇ ਤੱਕ ਤਾਂ ਪਹੁੰਚਣਾ ਔਖਾ ਹੈ, ਇਹੀ ਜਿਹੀ ਗੱਲ ਨਹੀਂ ਸੀ। ਸਮਝਿਆ ਜਾ ਸਕਦਾ ਸੀ, ਪਰ ਸੀਮਾ ਹੁੰਦੀ ਹੈ, ਫਿਰ ਬਿਰਤੀ ਵੀ ਹੁੰਦੀ ਹੈ। ਬੰਦਾ ਆਪਦੀ ਬਿਰਤੀ ਤੋਂ ਕਿਵੇਂ ਮੁਕਤ ਹੋ ਜਾਊਗਾ। ਹੁਣ ਜੇ ਕਿਸੇ ਬੰਦੇ ਦੇ ਮਨ 'ਚ ਪੈਸੇ ਦਾ ਲਾਲਚ ਪਿਆ, ਉਹ ਜਿੰਨਾ ਚਿਰ ਉਹਦੇ ਤੋਂ ਲਾਲਚ ਨਹੀਂ ਮਰੂ, ਉਹ ਦੀਪ ਸਿੱਧੂ ਦੀ ਮਹਾਨਤਾ ਨੂੰ ਕਿਵੇਂ ਸਮਝੂਗਾ। ਸੋ ਵੀ ਪੈਸੇ ਵੀ ਇਕੱਠੇ ਕਰੀ ਚੱਲੋ ਉਹਦੇ ਨਾਂ ਤੇ ਦੀਪ ਸਿੱਧੂ ਦੇ ਵਾਰਸ ਵੀ ਬਣੇ ਰਹੋ। ਇਹ ਤਾਂ ਚਲੋ ਮੌਕਾ ਪ੍ਰਸਤੀ ਹੈ ਨਾ ਹੋਰ ਤਰ੍ਹਾਂ ਦੀ, ਪਰ ਇਹ ਵੀ ਤਾਂ ਆ ਵੜਦੀ ਹੈ ਵੀ ਅਸੀਂ ਉਹ ਸੋਚ ਵਾਲੇ ਬੰਦੇ ਹਾਂ। ਸੋ ਅੱਜ ਕੋਈ ਬੰਦਾ ਉੱਠ ਕੇ ਵੀ ਦੀਪ ਸਿੱਧੂ ਦੀ ਯਾਰ ਜਗ੍ਹਾ ਮੈਂ ਹੁਣ ਉਹਦਾ ਵਾਰਸ ਹਾਂ, ਹੈ ਨਾ, 40 ਬੰਦੇ ਆ ਜਾਣ, ਸਮਝ ਲਓ 40 ਦਾਅਵੇਦਾਰ, ਲੈ ਉਹ 40 ਅਲੱਗ-ਅਲੱਗ ਹੋਣਗੇ। ਜਿਵੇਂ ਨਵੇਂ ਪਾਤਸ਼ਾਹ ਜਦੋਂ ਲੱਭੇ ਨਾ ਬਾਬੇ ਬਕਾਲੇ, ਜਿਹੜੇ ਮੰਜੀਆਂ ਲਾ ਕੇ ਬਹਿ ਗਏ ਸੀਗੇ, ਉਹ ਸਾਰੇ ਅਲੱਗ-ਅਲੱਗ ਸੀ ਨਾ। ਤੇ ਉਹ ਸਹੀ ਦੀ ਪਛਾਣ ਤਾਂ ਉਹ ਜਿਹਨੇ ਕਰਨੀ ਸੀ ਉਹੀ ਕਰ ਸਕਦਾ ਸੀਗਾ। ਸੋ ਇਸ ਕਰਕੇ ਮਤਲਬ ਇਹ ਜਿਹੜੀ ਰਿਡਕਸ਼ਨ ਤੇ ਡਿਸਟੋਰਸ਼ਨ ਆਉਂਦੀ ਹੈ ਫਿਰ ਨਾਟਕੀ ਪੇਸ਼ਕਾਰੀ 'ਚ, ਇਹ ਇੱਕ ਬਹੁਤ ਵੱਡਾ ਨੁਕਸਾਨ ਕਰ ਜਾਂਦੀ ਹੈ। ਕਿਉਂਕਿ ਲੋਕਾਂ ਸਾਹਮਣੇ ਫਿਰ ਉਹੀ ਪੇਸ਼ ਹੁੰਦਾ ਨਾ। ਹਿੰਦੂਆਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਦਾ ਰਾਮ, ਕਿੰਨੇ ਮਤਲਬ ਬੰਦੇ ਜਿਹੜੇ ਅੱਡ-ਅੱਡ ਐਕਟਰ ਨੇ ਉਹ ਰਾਮ ਦਾ ਰੋਲ ਕਰਦੇ ਨੇ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਸ ਗੱਲ ਨਾਲ। ਉਹਨਾਂ ਦੇ ਅੰਦਰ ਉਸ ਕਿਸਮ ਦੀ ਨਿੱਜੀ ਜਿਹੜਾ ਇੱਕ ਹੈਗਾ ਨਾ ਪ੍ਰੇਮ, ਜਿਵੇਂ ਸਾਡਾ ਗੁਰੂ ਨਾਲ ਰਿਸ਼ਤਾ ਇੱਕ ਨਿੱਜੀ ਹੈ, ਇੰਪਰਸਨਲ ਨਹੀਂ ਸਾਡੇ ਵਾਸਤੇ ਗੁਰੂ। ਇਹ ਨਹੀਂ ਕਿ ਗੁਰੂ ਕੁਛ ਹੋਰ ਹੈ ਤੇ ਅਸੀਂ ਹੋਰ ਹਾਂ, ਇਸ ਤਾਂ ਉਹਦੇ 'ਚ ਭੇਦ ਹੋਣਾ। ਹੋ ਸਕੀਏ ਨਾ ਹੋ ਸਕੀਏ, ਸਾਡੀ ਮੰਜ਼ਿਲ ਉਹ ਹੈ, ਸਾਡੀ ਸਾਰੀ ਜਿਹੜੀ ਹੈਗੀ ਜੀਵਨ ਦਾ ਮਨੋਰਥ ਤੇ ਸੰਘਰਸ਼ ਉਹੀ ਹੈ। ਤੇ ਜੇ ਅਸੀਂ ਗੁਰੂ ਨੂੰ ਪਹਿਲਾਂ ਘਟਾ ਲਿਆ, ਫਿਰ ਤਾਂ ਉਹ ਮੰਜ਼ਿਲ ਉਹੀ ਕਿਤੇ ਨੇੜੇ ਜੇ ਮਿਥ ਲਾਂਗੇ ਅਸੀਂ। ਸੋ ਇਹ ਹੈ ਕਿ ਸਿੱਖੀ ਦੀ ਵਿਸ਼ੇਸ਼ਤਾ ਜਿਹੜੀ ਹੈ, ਜੇ ਕਾਇਮ ਰੱਖਣੀ ਹੈ, ਬਾਕੀਆਂ ਨਾਲੋਂ ਨਿਆਰਾਪਣ ਕਾਇਮ ਰੱਖਣਾ ਹੈ, ਤਾਂ ਉਹਦੀ ਇਹ ਪਹਿਲੀ ਕੰਡੀਸ਼ਨ ਇਹ ਹੈ ਵੀ ਗੁਰੂਆਂ ਦਾ ਜਿਹੜਾ ਬਿੰਬ ਹੈ ਤੇ ਅਕਸ ਹੈ, ਉਹਦੇ 'ਚ ਕੋਈ ਰਲਾਵਟ ਤੇ ਰਿਡਕਸ਼ਨ ਨਹੀਂ ਹੋਣੀ ਚਾਹੀਦੀ। ਕਿਉਂਕਿ ਤੁਸੀਂ ਤਾਂ ਉਹ ਅਕਸ ਨਾਲ ਜੁੜਨਾ ਨਾ ਫਿਰ ਜੋ ਬਣ ਗਿਆ ਮਨ 'ਚ। ਸੋ ਇਸ ਕਰਕੇ ਇਹ ਐਵੇਂ ਨਹੀਂ ਸੀ ਅਸੂਲ ਬਣਾ ਲਿਆ ਕੌਮ ਨੇ। ਲੰਮੀ ਸੋਚ ਵਿਚਾਰ ਤੋਂ ਬਾਅਦ
ਤੇ ਉਦੋਂ ਸਿੱਖਾਂ ਨੂੰ ਇਹ ਤੇ ਕੋਈ ਦੁਬਿਧਾ ਨਹੀਂ ਸੀ ਖੜੀ ਹੋਈ। ਇਹ ਨਹੀਂ ਵੀ ਇੱਕ ਬੰਦੇ ਨੇ ਕਹਿਤਾ ਬਾਕੀਆਂ ਨੇ ਪ੍ਰਵਾਨ ਕਰ ਲਿਆ। ਮਹੀਨਿਆਂ ਬੱਧੀ ਬਹਿਸਾਂ ਹੋਈਆਂ ਜਦੋਂ ਇਹ ਸਰਬ ਪ੍ਰਵਾਨਤ ਫੈਸਲਾ ਕੀਤਾ ਗਿਆ, ਕਿਉਂਕਿ ਉਦੋਂ ਅਜੇ ਲੋਕਾਂ ਦੇ ਮਨ 'ਚ ਗੁਰੂ ਦਾ ਜਿਹੜਾ ਬਿੰਬ ਸੀ ਉਹ ਸੱਜਰਾ ਸੀਗਾ, ਉਹ ਇੰਨਾ ਧੁੰਦਲਾ ਨਹੀਂ ਸੀ ਹੋਇਆ ਸਮੇਂ ਨਾਲ। ਸੋ ਅਸੀਂ ਜਦੋਂ ਇਹਨੂੰ ਆਪਦੇ ਨੂੰ ਘਟਾ ਲਾਂਗੇ ਨਾ ਸਹੂਲਤ ਵਾਸਤੇ, ਸੌਖ ਵਾਸਤੇ, ਉਹਦੇ ਨਾਲ ਸਾਡਾ ਨੁਕਸਾਨ ਹੋ ਜੂ। ਬੰਦੇ ਤਾਂ ਜੁੜ ਜਾਣਗੇ, ਪਰ ਕੁਆਲਿਟੀ ਕੀ ਹੋਊ ਉਹਨਾਂ ਦੀ? ਉਹ ਕਿਸ ਕਿਸਮ ਦੇ ਸਿੱਖ ਬਣਨਗੇ? ਜਿਵੇਂ ਦੂਜੇ ਧਰਮਾਂ ਦੇ ਪੈਰੋਕਾਰ। ਫਿਰ ਸਾਡੀ ਵਿਸ਼ੇਸ਼ਤਾ ਅਤੇ ਵੱਖਰਾਪਣ ਉਹ ਕੀ ਰਹਿ ਗਿਆ? ਨਿਆਰਾਪਣ ਕੀ ਰਹਿ ਗਿਆ ਫਿਰ? ਸੋ ਜੇ ਨਿਆਰਾਪਣ ਬਚਾਉਣਾ ਤਾਂ ਇਸ ਗੱਲ 'ਤੇ ਅਸੂਲ 'ਤੇ ਪਹਿਰਾ ਦੇਣਾ ਇਹ ਬਹੁਤ ਜ਼ਰੂਰੀ ਹੈ। ਬਾਕੀ ਜਿਹੜੀ ਇਹ ਗੱਲ ਕਹਿਣੀ ਕਿ ਅੱਜ 21ਵੀਂ ਸਦੀ ਹੈ ਅਤੇ ਇਹਦੇ 'ਚ ਸਾਨੂੰ ਨਵੀਨ ਪ੍ਰਚਾਰ ਦੇ ਤਰੀਕੇ ਅਪਣਾਉਣੇ ਹੀ ਪੈਣਗੇ, ਇਹ ਬੜਾ ਡਿਸੈਪਟਿਵ ਆਰਗੂਮੈਂਟ। ਸਦੀ ਤਾਂ 22ਵੀਂ ਵੀ ਆਊ ਅਤੇ 23ਵੀਂ ਵੀ ਆਊ। ਇਹ ਨਹੀਂ ਕਿ ਸਿੱਖ ਬਦਲ ਨਹੀਂ ਰਹੇ। 17ਵੀਂ ਸਦੀ 18ਵੀਂ ਸਦੀ ਤੋਂ ਬਾਅਦ ਸਿੱਖ ਜੋ ਅੱਜ ਹੈ ਉਹਨਾਂ 'ਚ ਬਦਲਾਅ ਆਇਆ ਹੈ, ਪ੍ਰਚਾਰ ਦੇ ਤਰੀਕਿਆਂ 'ਚ ਵੀ ਆਇਆ। ਪਰ ਸਿੱਖ ਬਦਲ ਕੇ ਵੀ ਸਿੱਖ ਰਹਿੰਦਾ ਕਿ ਨਹੀਂ? ਕਿਉਂਕਿ ਇਹ ਡਿਬੇਟ ਪੱਛਮ 'ਚ ਬਹੁਤ ਚੱਲੀ ਹੈ। ਜਿਹੜੀ ਮਾਡਰਨਿਟੀ ਹੈ ਨਾ, ਉਹਨਾਂ ਨੂੰ ਇਹ ਹੈ ਵੀ ਯਾਰ ਟਰਡੀਸ਼ਨ ਕੀ ਹੁੰਦੀ ਹੈ, ਸਮੇਂ ਦੇ ਨਾਲ ਸਭ ਕੁਝ ਬਦਲਦਾ ਹੈ। ਤਾਂ ਜਿਹੜੇ ਬੰਦੇ ਟਰਡੀਸ਼ਨ ਵਾਲੇ ਸੀਗੇ ਉਹਨਾਂ ਨੇ ਇਹ ਆਰਗੂਮੈਂਟ ਲਿਆਂਦਾ ਕਿ ਬਦਲਦਾ ਹੈ, ਸੱਭਿਆਚਾਰ ਬਦਲਦੇ ਨੇ, ਟਰਡੀਸ਼ਨਸ ਵੀ ਬਦਲਦੀਆਂ, ਪਰ ਉਹ ਬਦਲਣ ਤੋਂ ਬਾਅਦ ਵੀ ਦੇ ਰਿਮੇਨ ਕਲਚਰਸ, ਆਪਦਾ ਮੂਲ ਖਾਸਾ ਨਹੀਂ ਗਾਉਂਦੀਆਂ। ਸੋ ਉਹਨਾਂ ਨੂੰ ਪਤਾ ਹੁੰਦਾ ਆ ਸੀਮਾ ਇੱਕ ਵੀ ਇਹ ਸੀਮਾ ਤੋਂ ਅੱਗੇ ਨਹੀਂ ਅਸੀਂ ਬਦਲ ਸਕਦੇ, ਉਹ ਸੀਮਾ ਤੱਕ ਬਦਲ ਦੇਣ। ਹੁਣ ਸਿੱਖਾਂ ਨੇ ਕਿਤੇ ਬਦਲੇ ਨਹੀਂ। ਅੱਜ ਆਪਾਂ ਕਹੀਏ ਅੱਜ ਹੁਣ ਪਹਿਲਾਂ ਲੋਕ ਥੋੜ੍ਹਾ ਇਸ ਤਰ੍ਹਾਂ ਮਾਈਕ੍ਰੋਫੋਨ ਲੈ ਕੇ ਪ੍ਰਚਾਰ ਕਰਦੇ ਹੋਣਗੇ। ਨਾ ਲਾਊਡ ਸਪੀਕਰ ਸੀ, ਨਾ ਮਾਈਕ੍ਰੋਫੋਨ ਸੀਗੇ, ਨਾ ਵੀਡੀਓਜ਼ ਬਣਦੀਆਂ ਸੀ ਪ੍ਰਚਾਰ ਵਾਸਤੇ। ਅਤੇ ਆਪਾਂ ਹੁਣ ਕਹੀਏ ਵੀ ਫਿਰ ਤਾਂ ਉਹ ਵੀ ਬੰਦ ਕਰੋ। ਇਹ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਕਿਸੇ ਆਰਗੂਮੈਂਟ ਨੂੰ ਨਾ ਤੁਸੀਂ ਖਿੱਚ ਕੇ ਲੌਜੀਕਲ ਐਕਸਟੈਂਸ਼ਨ, ਉਹਨੂੰ ਅਬਸਰਡਿਟੀ ਦੀ ਲੈਵਲ ਤੱਕ ਲੈ ਜਾਓ। ਇਹ ਇਟ ਇਜ਼ ਏ ਰੋਂਗ ਵੇ ਵੀ ਫਿਰ ਤਾਂ ਐਂ ਹੋ ਜੂ, ਫਿਰ ਤਾਂ ਐਂ ਹੋ ਜੂ। ਇਹ ਲੌਜੀਕਲ ਐਕਸਟੈਂਸ਼ਨ ਆ ਤੁਹਾਡੀ ਇੱਕ ਆਰਗੂਮੈਂਟ ਦੀ। ਸਿੱਖਾਂ ਨੂੰ ਪਤਾ ਸੀ ਕਿੱਥੋਂ ਤੱਕ ਬਦਲਣਾ, ਕਿੱਥੋਂ ਤੱਕ ਨਹੀਂ ਬਦਲਣਾ। ਇਹ ਸੈਂਸ ਰਹਿਣੀ ਚਾਹੀਦੀ ਹੈ ਬਸ। ਸੋ ਇਹ ਗੱਲ ਠੀਕ ਹੈ ਕਿ ਅੱਜ ਬਾਹਰ ਬੈਠੇ ਸਿੱਖ 'ਤੇ ਇਹ ਇੱਕ ਬਹੁਤ ਵੱਡਾ ਦਬਾਅ ਹੈ ਵੀ ਫਿਰ ਉਹਨਾਂ ਨੂੰ ਬੱਚਿਆਂ ਦਾ ਕਰੀਏ ਕੀ ਅਸੀਂ। ਇਹ ਬੜੀ ਜੈਨੂਅਨ ਪ੍ਰੋਬਲਮ ਹੈ। ਉਹਦੇ 'ਚ ਤਾਂ ਇਹ ਹੈ ਕਿ ਜਿਹੜੀ ਮੈਨੂੰ ਗੱਲ ਜਿੰਨੀ ਕੁ ਠੀਕ ਲੱਗੀ ਕਿ ਚਲੋ ਜੇ ਸਰਦਾ ਨਹੀਂ ਦੇਖ ਲੈਣ, ਪਰ ਇਹ ਅਹਿਸਾਸ ਪੇਰੈਂਟਸ ਨੂੰ ਵੀ ਤੇ ਹੈ ਕਿ ਨਹੀਂ ਕਿ ਜੋ ਇਹ ਦੇਖ ਰਹੇ ਨੇ ਇਹਦੇ 'ਚ ਖਤਰੇ ਵੀ ਹੈ ਨਾਲ। ਇੱਕ ਤਾਂ ਉਹਦੇ 'ਚ ਪਹਿਲੀ ਕੰਡੀਸ਼ਨ ਪੇਰੈਂਟ ਜਿਹੜੇ ਖੁਦ ਉਹ ਖਤਰਿਆਂ ਤੋਂ ਸੁਚੇਤ ਹੈਗੇ ਕਿ ਨਹੀਂ, ਕਿ ਇਹੀ ਹੈ ਕਿ 21ਵੀਂ ਸਦੀ 'ਚ ਤਾਂ ਹੀ ਚੱਲੂ ਜੀ। ਇਹ ਹੈ ਕਿ ਸਾਡੀਆਂ ਕੁਛ ਮਜਬੂਰੀਆਂ ਬਣ ਗਈਆਂ ਹੁਣ, ਅਤੇ ਇਸ ਕਰਕੇ ਮਤਲਬ ਸਾਨੂੰ ਕੁਛ ਹੱਦ ਤੱਕ ਇਹ ਫਲੈਕਸੀਬਿਲਿਟੀ ਦਿਖਾਉਣੀ ਪਊ। ਉਹ ਦਿਖਾਉਣੀ ਪੈ ਸਕਦੀ ਹੁੰਦੀ ਹੈ, ਪਰ ਤੁਸੀਂ ਨਾ ਉਹਦਾ ਇਹ ਹੈ ਵੀ ਅਹਿਸਾਸ ਹੈ ਮਨ 'ਚ ਵੀ ਜੋ ਬੱਚੇ ਗ੍ਰਹਿਣ ਕਰ ਰਹੇ ਨੇ ਉਹਦੇ 'ਚ ਖਤਰੇ ਨੇ। ਜੇ ਖਤਰਿਆਂ ਬਾਰੇ ਸੁਚੇਤ ਹੋ ਫਿਰ ਤੁਸੀਂ ਕੋਈ ਨਾ ਕੋਈ ਉਪਾਅ ਕਰੋਗੇ ਕਿ ਇਹਨਾਂ ਨੂੰ ਇਹ ਪਤਾ ਲੱਗ ਜੇ ਕਿ ਆਹ ਗੱਲ ਅਜੇ ਇੰਨੀ ਕੀ ਹੈ, ਇਦੋਂ ਅੱਗੇ ਪਈ ਆ ਗੱਲ। ਹੁਣ ਇਹਦੇ 'ਚ ਆਪਾਂ ਇੱਕ ਸੌਖੀ ਜਿਹੀ ਉਦਾਹਰਨ ਦੇਈਏ ਵੀ ਬੱਚਾ ਸਕੂਲ 'ਚ ਭੇਜਦਾ ਨਾ, ਸਾਨੂੰ ਸਰਦਾ ਨਹੀਂ ਸਕੂਲ 'ਚ ਭੇਜਣਾ। ਜਦੋਂ ਉਹ ਦੂਜੀ ਜਮਾਤ 'ਚ ਜਾਂ ਤੀਜੀ 'ਚ ਕਿਸੇ 'ਚ ਵੀ ਸਮਝ ਲਓ, ਜਦੋਂ ਉਹ ਨੌਲੇਜ ਗ੍ਰਹਿਣ ਕਰ ਰਿਹਾ ਹੁੰਦਾ ਉਹਨੂੰ ਤਾਂ ਉਹ ਫਾਈਨਲੀ ਲੱਗ ਰਹੀ ਹੁੰਦੀ ਹੈ ਨਾ।
ਤੇ ਜੇ ਉਹਨੂੰ ਫਾਈਨਲ ਮੰਨ ਲਿਆ ਉਹਨੇ, ਫਿਰ ਤਾਂ ਉਹਨੇ ਜਾਣਾ ਹੀ ਨਹੀਂ ਅੱਗੇ ਹਾਇਰ ਕਲਾਸਿਸ ਤੇ ਹਾਇਰ ਐਜੂਕੇਸ਼ਨ। ਸੋ ਜਿਵੇਂ ਉੱਥੇ ਉਹਨੂੰ ਪਤਾ ਵੀ ਇਹ ਤਾਂ ਅਜੇ ਮੇਰੀ ਅੱਜ ਦੀ ਏਜ ਦੇ ਮੁਤਾਬਕ ਹੀ ਹੈ, ਇਦੋਂ ਉੱਤੇ ਵੀ ਪਈਆਂ ਗੱਲਾਂ, ਤੇ ਉਹ ਫਿਰ ਜਿਉਂ-ਜਿਉਂ ਹੋਰ ਪੜ੍ਹੀ ਜਾਂਦਾ ਤੇ ਉਹਨੂੰ ਪਤਾ ਲੱਗੀ ਜਾਂਦਾ। ਇਸੇ ਤਰ੍ਹਾਂ ਹੀ ਇਹਦੇ 'ਚ ਵੀ ਹੋਣਾ ਚਾਹੀਦਾ ਵੀ ਇਹ ਜੋ ਮੈਂ ਦੇਖ ਰਿਹਾ ਜਾਂ ਈਵਨ ਕਿਸੇ ਕਥਾਕਾਰ ਤੋਂ ਸੁਣ ਰਿਹਾ ਜਾਂ ਕਿਸੇ ਵਿਦਵਾਨ ਦੇ ਮੂੰਹੋਂ ਕੋਈ ਲੈਕਚਰ ਸੁਣ ਰਿਹਾ, ਇਹਦੀ ਇੰਟਰਪ੍ਰੀਟੇਸ਼ਨ ਹੈ, ਇਹਦੀ ਵਿਆਖਿਆ ਹੈ ਸਿੱਖੀ ਬਾਰੇ। ਤੇ ਜਦੋਂ ਮੈਂ ਵੱਡਾ ਹੋਊਂਗਾ, ਉਹ ਨਹੀਂ ਤੁਹਾਡੀ ਖਤਮ ਹੋਣੀ ਚਾਹੀਦੀ। ਸਮਝ ਲਓ ਮੈਂ ਕਿਸੇ ਗੱਲ ਬਾਰੇ ਕਹਿਤਾ ਵੀ ਬਸ ਜੀ ਹੁਣ ਇਹ ਗੱਲ ਹੋ ਗਈ ਸਾਫ਼। ਇਹ ਰਿਲੇਟਿਵਲੀ ਹੈ, ਮੁਕਾਬਲਤਨ ਸਾਫ਼ ਹੈ। ਇਹ ਜਿਉਂ-ਜਿਉਂ ਹੋਰ ਸਿੱਖੀ ਜਾਓਗੇ ਤਿਉਂ-ਤਿਉਂ ਹੋਰ ਪਤਾ ਲੱਗੀ ਜਾਊ ਵੀ ਗੱਲਾਂ ਹੋਰ ਵੀ ਗਾਹਾਂ ਪਈਆਂ। ਇਹ ਤਾਂ ਪਰਤਾਂ ਖੁੱਲ੍ਹੀ ਜਾਣਗੇ ਤੇ ਜੀਵਨ ਭਰ ਐਂ ਚੱਲਣਾ। ਜਿਹਦੇ 'ਚ ਇਹ ਅਹਿਸਾਸ ਨਹੀਂ ਹੋ ਰੁਕ ਜਾਂਦਾ, ਬਸ ਵੱਡਾ ਵੀ ਰੁਕ ਜਾਂਦਾ, ਵਿਦਵਾਨ ਵੀ ਰੁਕ ਜਾਂਦਾ। PhD ਸਭ ਤੋਂ ਵੱਡੀ ਇਹ ਪ੍ਰੋਬਲਮ ਖੜੀ ਕਰ ਦਿੰਦੀ ਹੈ। ਬੰਦਾ ਕਹਿੰਦਾ ਬਸ ਹੁਣ ਸਿਰੇ ਦੀ ਕਰਤੀ ਮੈਂ ਗੱਲ ਫਾਈਨਲ, ਫਿਰ ਜ਼ਿੰਦਗੀ ਭਰ ਉਹ 'ਤੇ ਪਹਿਰਾ ਦਿੰਦਾ ਬਸ ਵੀ ਇਹਦੇ 'ਤੇ ਮੈਂ ਕ੍ਰਿਟਿਸਿਜ਼ਮ ਨਹੀਂ ਹੋਣ ਦੇਣਾ। ਹੁਣ ਇਹ ਵੀ ਜੇ ਇਹੀ ਚੈਲੰਜ ਹੋ ਗਈ ਮੇਰੇ ਕੋਲ ਰਹਿ ਕੀ ਗਿਆ, ਸਾਰੀ ਜ਼ਿੰਦਗੀ ਦੀ ਕਮਾਈ ਤਾਂ ਇਹੀ ਹੈ। ਇਹ ਨਹੀਂ ਹੁੰਦਾ। ਮਤਲਬ ਪੜ੍ਹ ਕੇ ਤਾਂ ਇਹ ਪਤਾ ਲੱਗਦਾ ਯਾਰ ਮੈਨੂੰ ਕਿੰਨਾ ਅਜੇ ਘੱਟ ਪਤਾ ਹੈ। ਬਸ ਇਹ ਅਹਿਸਾਸ ਜਿਹੜਾ ਨਾ, ਇਹ ਨਹੀਂ ਮਰਨਾ ਚਾਹੀਦਾ। ਹੁਣ ਮਾਤਾ ਸਾਹਿਬ ਕੌਰ ਦੇਖ ਲਈ ਐਨੀਮੇਟਡ ਫਿਲਮ 'ਚ, ਉਹਨੂੰ ਤੁਸੀਂ ਬੱਚੇ ਨੂੰ ਅਹਿਸਾਸ ਕਰਵਾ ਦਿਓ ਇਹ ਰੀਅਲ ਨਹੀਂ ਪੂਰੀ। ਇਹ ਤਾਂ ਜਿਹਨੇ ਕਹਾਣੀ ਸੋਚੀ ਹੂ, ਕਲਪੀ ਹੂ, ਤੇ ਜਿਹਨੇ ਫਿਰ ਫਿਲਮ ਬਣਾਈ, ਪਹਿਲਾਂ ਕਲਪਨਾ ਵਾਲੇ ਦੀ ਸੀਮਾ ਹੈ, ਫਿਰ ਪੇਸ਼ਕਾਰੀ ਦੀ ਵੀ ਸੀਮਾ ਹੈ। ਸੋ ਜਿਉਂ-ਜਿਉਂ ਤੂੰ ਵੱਡਾ ਹੋਏਗਾ ਤੈਨੂੰ ਪਤਾ ਲੱਗੂ ਅਜੇ ਇਹ ਤਾਂ ਜ਼ਿੰਦਗੀ ਭਰ ਤੇਥੋਂ ਆਪਾਂ ਤੋਂ ਕਦੇ ਵੀ ਨਹੀਂ ਬੁੱਝਿਆ ਜਾਣਾ ਉਹ ਕੀ ਸੀਗੇ। ਫਿਰ ਕੋਈ ਖਤਰਾ ਨਹੀਂ ਵੱਡਾ ਜੇ ਤੁਹਾਨੂੰ ਲਗਾਤਾਰ ਇਹ ਅਹਿਸਾਸ ਹੈ। ਪਰ ਇਹ ਅਹਿਸਾਸ ਮਾਰ ਦਿੰਦੀਆਂ ਇਹ ਚੀਜ਼ਾਂ, ਖਾਸ ਕਰਕੇ ਜਿਹੜੀ ਮੋਡਰਨਿਟੀ ਹੈ ਨਾ, ਇਹਦੇ 'ਚ ਸਰਟਨਟੀ ਵੀ ਗੱਲ ਆਹੀ ਆ ਬਸ ਪੱਕੀ। ਇਹ ਨਹੀਂ ਮਰਨਾ ਚਾਹੀਦਾ। ਮੇਰਾ ਖਿਆਲ ਇੰਨੀ ਕੁ ਜਿਹੜੀ ਇਹਦੇ ਵਿੱਚ ਹੈ ਨਾ ਇੱਕ ਗੱਲ ਕਿ ਇੱਕ ਸਮੇਂ ਦੇ ਮੁਤਾਬਕ ਥੋੜ੍ਹਾ ਕਿਤੇ ਕੰਪਰੋਮਾਈਜ਼ ਵੀ ਕਰਨਾ ਪੈਂਦਾ, ਪਰ ਤੁਸੀਂ ਉਹਨੂੰ ਚਤੰਨ ਹੋ ਕਿ ਨਹੀਂ, ਅਹਿਸਾਸ ਹੈ ਵੀ ਇਹਦੇ 'ਚ ਗਾਹਾਂ ਖਤਰੇ ਕੀ ਪਏ ਨੇ, ਅਤੇ ਫਿਰ ਉਹ ਖਤਰਿਆਂ ਨੂੰ ਅਸੀਂ ਕਿਵੇਂ, ਉਹ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਪਈ ਹੈ। ਸੋ ਮਾਪੇ ਸੁਰਖਰੂ ਨਹੀਂ ਹੋ ਜਾਂਦੇ ਵੀ ਜਰਾ ਵਧੀਆ ਸੌਖਾ ਜਿਹਾ ਢੰਗ ਵੀ ਹੁਣ ਪੁਰਾਣੇ ਸਮਾਂ ਤਾਂ ਰਿਹਾ ਨਹੀਂ ਵੀ ਉਹ ਸਾਖੀਆਂ ਸੁਣਨ ਦਾਦੀਆਂ ਤੋਂ, ਨਾ ਕਿਸੇ ਕੋਲ ਸਮਾਂ, ਨਾ ਅੱਜ ਕੱਲ੍ਹ ਦਾਦੀਆਂ ਵੀ ਨਵੀਂ ਕਿਸਮ ਦੀਆਂ ਆ ਰਹੀਆਂ, ਉਹ ਹੋਰ ਕੁਛ ਸਿਖਾਉਣਗੀਆਂ। ਸੋ ਉਹ ਤਾਂ ਹੁਣ ਸਭ ਕੁਛ ਬਦਲ ਗਿਆ, ਠੀਕ ਹੈ, ਪਰ ਆਹ ਅਹਿਸਾਸ ਰਹੇ। ਸੋ ਇਹ ਅਹਿਸਾਸ ਨਹੀਂ ਮਰਨਾ ਚਾਹੀਦਾ। ਹੋਰ ਤਾਂ ਬਾਕੀ ਜਿਹੜਾ ਕਹਿੰਦੇ ਨੇ ਵੀ ਕੀ ਅਸੀਂ ਹੁਣ ਰਾਗੀਆਂ ਢਾਡੀਆਂ 'ਤੇ ਲੱਗੇ ਰਹਾਂਗੇ, ਕੋਈ ਜ਼ਰੂਰੀ ਨਹੀਂ। ਉਹਨਾਂ ਨੂੰ ਵੀ ਸੁਣ ਲਓ ਕਿ ਉਹਨਾਂ ਦਾ ਆਪਦਾ ਢੰਗ ਹੈ ਜਾਂ ਇੱਕ ਉਹਨਾਂ ਦਾ ਆਪਦਾ ਪੱਧਰ ਹੈ, ਉਹ ਇੱਕ ਹੋਰ ਪੱਖ ਜਗਾਉਂਦੇ ਨੇ ਤੁਹਾਡੇ 'ਚ। ਉਹਨਾਂ ਨੇ ਇੱਕ ਰਸ ਭਰਨਾ ਨਾ, ਵੀਰ ਰਸ ਵੀ ਭਰਨਾ। ਤੁਸੀਂ ਇਹ ਸਮਝ ਲਓ ਵੀ ਇਹ ਪੂਰੀ ਇੰਨੇਬਿੰਡ ਨਹੀਂ ਹੋਣੀ, ਪਰ ਫਿਰ ਵੀ ਚੰਗੀ ਹੈ। ਸੋ ਨਾ ਤਾਂ ਉਹਨਾਂ ਨੂੰ ਡਿਸਮਿਸ ਕਰੋ ਅਤੇ ਨਾ ਉਹਨਾਂ ਨੂੰ ਫਾਈਨਲ ਮੰਨ ਲਓ ਵੀ ਅੱਜ ਜੋ ਢਾਡੀ ਦੱਸ ਗਏ ਬਸ ਇਹ ਅੱਗੇ ਕੁਛ ਨਹੀਂ। ਇਹ ਤਾਂ ਸਭ ਅੰਸ਼ਕ ਗੱਲਾਂ ਨੂੰ ਜੁੜੀ ਜਾਂਦੀਆਂ ਨੈਵਰ ਐਂਡਿੰਗ, ਇਹਦਾ ਕਿਤੇ ਅੰਤ ਨਹੀਂ। ਸੋ ਜਾਣਨ ਦੀ ਅਤੇ ਸਿੱਖਣ ਦੀ ਭੁੱਖ ਕਦੇ ਵੀ ਖਤਮ ਨਹੀਂ ਹੋਣੀ ਚਾਹੀਦੀ।
ਭਾਵੇਂ ਕੋਈ ਕਿੱਡਾ ਵਿਦਵਾਨ ਵੀ ਬਣ ਜੇ, ਆਲਮ ਫਾਜ਼ਿਲ ਵੀ ਬਣ ਜੇ, ਤੇ ਜਿਹੜਾ ਅਸਲੀ ਵਿਦਵਾਨ ਆ ਉਹਦੀ ਤਾਂ ਭੁੱਖ ਹੋਰ ਵੱਧਦੀ ਹੈ। ਉਹਨੂੰ ਤਾਂ ਹੋਰ ਪਤਾ ਲੱਗੀ ਜਾਂਦਾ ਯਾਰ, ਮੈਂ ਅਜੇ ਮੈਨੂੰ ਆਹ ਨਹੀਂ ਪਤਾ, ਆਹ ਨਹੀਂ ਪਤਾ, ਆਹ ਨਹੀਂ ਪਤਾ। ਜਿਹੜਾ ਮੂਰਖਾ ਬੰਦਾ, ਇਗਨੋਰੈਂਟ ਆ, ਉਹਨੂੰ ਐਂ ਲੱਗਦਾ ਹੁੰਦਾ ਇਹ ਦੂਗਾਂ ਤਾਂ ਗੱਲ ਹੀ ਕੁਛ ਨਹੀਂ। ਉਹ ਸਰਟਨ ਬਹੁਤ ਹੁੰਦਾ ਆਪਦੀ ਗੱਲ ਤੇ, ਤੋ ਐਡਾਮੈਂਟ ਵੀ ਬਹੁਤ ਹੁੰਦਾ, ਫਿਰ ਤੋ ਚਾਰਗੂ ਕਰਨ ਦੀ ਵੀ ਕਪੈਸਿਟੀ ਨਹੀਂ ਹੁੰਦੀ। ਸੋ ਸਾਡੇ ਹੁਣ ਅੱਜ ਜੇ ਡਾਇਲਾਗ ਰੁਕਿਆ ਪਿਆ, ਜੇ ਸੰਵਾਦ ਰੁਕਿਆ ਪਿਆ, ਪ੍ਰਚਾਰਕਾਂ 'ਚ ਵੀ ਵਿਵਾਦ ਚੱਲਦਾ, ਸੰਵਾਦ ਨਹੀਂ, ਤਾਂ ਉਹਦਾ ਕਾਰਨ ਇਹ ਹੈ ਕਿ ਜਿੰਨਾ ਕੁ ਸਿੱਖ ਗਏ ਬਸ ਉਹਨੂੰ ਆਦਤ ਮੰਨੀ ਬੈਠੇ, ਗਾਹਾਂ ਹੋਰ ਸਿੱਖਣ ਦੀ ਭੁੱਖ ਹੀ ਮਰ ਗਈ, ਇੱਛਾ ਹੀ ਮਰ ਗਈ, ਚਾਹਤ ਹੀ ਮਰ ਗਈ। ਇਹ ਤੁਸੀਂ ਜੇ ਬੱਚਿਆਂ ਨੂੰ ਮਤਲਬ ਲਗਾਤਾਰ ਇਹ ਗੱਲ ਅਹਿਸਾਸ ਕਰਾਉਣੇ, ਫਿਰ ਕੋਈ ਗੱਲ ਨਹੀਂ। ਦੁਨਿਆਵੀ ਐਜੂਕੇਸ਼ਨ ਵੀ ਤਾਂ ਹੀ ਆ ਨਾ ਵੀ ਅਜੇ ਤੂੰ ਦੂਜੀ ਪਾਸ ਕਰ, ਅਜੇ ਤਾਂ ਬੜੀ ਮੰਜ਼ਿਲ ਹੈ। ਉੱਥੇ ਤੁਹਾਨੂੰ ਉਹ ਕਰਨਾ ਪੈਂਦਾ ਕਿਉਂਕਿ ਤੁਹਾਨੂੰ ਲੋੜ ਲੱਗਦੀ ਆ ਉਹਦੀ, ਤਾਂ ਦੁਨਿਆਵੀ ਖੇਤਰ 'ਚ ਹੀ। ਪਰ ਇਹ ਰੂਹਾਨੀ ਖੇਤਰ ਜਿਹੜਾ ਇਹ ਤਾਂ ਉਦੋਂ ਵੀ ਸੂਖਮ ਹੈ ਕੰਮ। ਇੰਨੀ ਕੁ ਮੇਰਾ ਖਿਆਲ, ਮੈਨੂੰ ਜਿੰਨੇ ਕੁ ਮੇਰੀ ਗੱਲਬਾਤ ਹੋਈ ਹੈ ਜਾਂ ਜਿੰਨੇ ਕੁ ਰਿਐਕਸ਼ਨ ਆਏ ਨੇ, ਕਿ ਬੰਦੇ ਆਹ ਗੱਲ ਮਿਸ ਕਰ ਰਹੇ ਨੇ। ਇਹ ਉਹ ਜਿਹੜਾ ਮਿਸਲੀਡਿੰਗ ਆਰਗੂਮੈਂਟ ਹੈ ਵੀ ਫਿਰ ਅਸੀਂ ਹੁਣ ਬਦਲ ਗਏ ਨਾ, ਬਦਲੋ, ਪਰ ਉਹਦੀ ਸੀਮਾ ਦਾ ਧਿਆਨ ਰਹੇ। ਤੇ ਜੇ ਸੀਮਾ ਨਹੀਂ, ਫਿਰ ਤਾਂ ਕੋਈ ਅੰਤ ਨਹੀਂ ਨਾ। ਅੱਜ ਇੰਨਾ ਕੁ ਬਦਲ ਲਏ, ਅੱਜ ਇੰਨਾ ਕੁ ਬਦਲ ਲਏ, ਫਿਰ ਤਾਂ ਤੁਸੀਂ ਬੇਪਛਾਣ ਹੀ ਹੋ ਜਾਓਗੇ ਨਾ। ਇਹ ਹੈ, ਇਹ ਕੰਮ ਔਖਾ ਹੁੰਦਾ, ਪਰ ਇਹ 'ਤੇ ਪਹਿਰਾ ਦੇਣਾ ਪੈਂਦਾ। ਸੋ ਆਪਣਾ ਗੱਲਬਾਤ ਕਰਨ ਦਾ ਪਿਛਲੀ ਵਾਰ ਵੀ ਤੇ ਪਹਿਲਾਂ 4 ਸਾਹਿਬਜ਼ਾਦੇ ਵੀ ਜਾਂ ਨਾਨਕ ਸ਼ਾਹ ਫਕੀਰ ਵੇਲੇ ਵੀ ਯਤਨ ਇਹੀ ਸੀ। ਤਸਵੀਰ ਦੇਖਦਿਆਂ ਤੁਹਾਨੂੰ ਮਤਲਬ ਪਤਾ ਹੋਵੇ ਵੀ ਜ਼ਰੂਰੀ ਇਹ ਤਾਂ ਇੱਕ ਚਿੱਤਰਕਾਰ ਦੀ ਕਲਪਨਾ ਹੈ ਗੁਰੂ ਬਾਰੇ। ਜੇ ਤੁਸੀਂ ਉਹਨੂੰ ਹੀ ਅਸਲੀ ਗੁਰੂ ਸਮਝ ਲਿਆ, ਬਿਲਕੁਲ ਐਂ ਹੋਣਗੇ ਇਹ। ਫਿਰ ਉਹ 'ਚ ਬਣੀ ਵੀ ਪਈ ਆ, ਕੋਈ ਗੱਲ ਨਹੀਂ। ਇਹ ਹੈ ਜੀ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਜੀ ਦੇ ਸਨਮੁਖ ਰੱਖਦੇ ਹੋਏ 2 ਅਹਿਮ ਜਿਹੜੇ ਲਫ਼ਜ਼ ਨੇ ਉਹ ਆਪਦੀ ਗੱਲਬਾਤ ਵਿੱਚ ਲੈ ਕੇ ਆਂਦੇ। ਇੱਕ ਸੀਗਾ ਰਿਡਕਸ਼ਨ ਅਤੇ ਦੂਸਰਾ ਸੀਗਾ ਡਿਸਟੋਰਸ਼ਨ। ਸੋ ਰਿਡਕਸ਼ਨ ਦਾ ਮਤਲਬ ਘਟਾ ਅਤੇ ਡਿਸਟੋਰਸ਼ਨ ਦਾ ਮਤਲਬ ਰਲਾਵਟ। ਉਹਨਾਂ ਨੇ ਇੱਕ ਹੋਰ ਵੀ ਖਿਆਲ ਜ਼ਾਹਿਰ ਕੀਤਾ ਵੀ ਜਿਹੜਾ ਵੀ ਗੁਰੂ ਇਤਿਹਾਸ ਜਾਂ ਗੁਰੂ ਸਾਹਿਬਾਨ 'ਤੇ ਫਿਲਮ ਬਣਾਉਣ ਦਾ ਯਤਨ ਕਰਦਾ ਹੈ, ਉਹ ਉਸ ਦੇ ਨਜ਼ਰੀਏ ਤੋਂ ਉਤਪੰਨ ਹੋਈ ਇੱਕ ਚੀਜ਼ ਹੈ ਅਤੇ ਉੱਥੇ ਹੀ ਉਸ ਦਾ ਖਤਰਾ ਪਿਆ ਅਤੇ ਉਸ ਖਤਰੇ ਵਜੋਂ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਸੋ ਇਹਨਾਂ ਲਫ਼ਜ਼ਾਂ ਨਾਲ ਹੀ ਅਸੀਂ ਹੁਣ ਆਪ ਜੀ ਤੋਂ ਆਗਿਆ ਲੈਂਦੇ ਹਾਂ ਅਤੇ ਅਗਲੀ ਵਾਰੀ ਫਿਰ ਇੱਕ ਨਵਾਂ ਮੁੱਦਾ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ, ਜਿਹਦਾ ਸਿੱਧਾ ਤਲਕ ਸਿੱਖ ਜਗਤ ਨਾਲ ਹੁੰਦਾ ਹੈ। ਇਸ ਨਾਲ ਹੀ ਹੁਣ ਆਪ ਜੀ ਨੂੰ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।